ਹੈਲੋ ਗੁੱਡ ਮਾਰਨਿੰਗ ਜੈਮਸੀ ਦੀ ਪ੍ਰਭੂ ਜੀ ਤੁਹਾਨੂੰ ਬਰਕਤ ਦੇਣ। ਮੈਂ ਯਕੀਨ ਕਰਦੀ ਹਾਂ ਤੁਸੀਂ ਬਿਲਕੁਲ ਰਾਜੀ ਖੁਸ਼ ਹੋ ਪ੍ਰਭੂ ਜੀ ਦੀ ਕਿਰਪਾ ਦੇ ਨਾਲ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਪਰਮੇਸ਼ਵਰ ਦੇ ਫਜ਼ਲ ਦੇ ਵਿੱਚ ਹੋਵੋਗੇ, ਠੀਕ ਹੋਵੋਗੇ, ਤੰਦਰੁਸਤ ਹੋਵੋਗੇ ਔਰ ਬਰਕਤ ਦੇ ਵਿੱਚ ਹੋਵੋਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਸੋ ਮੁਬਾਰਕ ਹੋਏ ਅੱਜ ਦਾ ਦਿਨ ਜਿਹੜਾ ਸਾਡੇ ਸੈਨਾਵਾਂ ਦੇ ਯਹੋਵਾ ਪਰਮੇਸ਼ਵਰ ਨੇ ਦਿੱਤਾ ਤੇ ਅੱਜ ਦੇ ਵਚਨ ਦੇ ਰਾਹੀਂ ਆਪਾਂ ਤੇ ਅੱਜ ਪ੍ਰਾਰਥਨਾ ਦੇ ਰਾਹੀਂ ਅੱਜ ਦੇ ਦਿਨ ਦੀ ਆਪਾਂ ਸ਼ੁਰੂਆਤ ਕਰਾਂਗੇ। ਸੋ ਅੱਜ ਆਪਾਂ ਵਚਨ ਦੇਖਦੇ ਹਾਂ ਓਲਡ ਟੈਸਟਾਮੈਂਟ ਦੇ ਵਿੱਚੋਂ ਯਰਮੀਯਾ ਦੀ ਕਿਤਾਬ ਉਹਦਾ 39 ਚੈਪਟਰ ਤੇ ਉਹਦੀ ਆਪਾਂ 15 ਵਰਸ ਤੋਂ ਹੀ ਦੇਖ ਲੈਂਦੇ ਆ। 15 ਤੋਂ 18 ਤੱਕ, 15 ਤੋਂ 18 ਤੱਕ ਤਿੰਨ ਆਇਤਾਂ ਆਪਾਂ ਦੇਖਦੇ ਆ, 3-4 ਆਇਤਾਂ। ਇੱਥੇ ਲਿਖਿਆ ਤਾਂ ਯਰਮੀਯਾ ਕੋਲ ਯਹੋਵਾ ਦਾ ਬਚਨ ਆਇਆ ਜਦੋਂ ਪਹਿਰੇਦਾਰਾਂ ਦੇ ਵਿਹੜੇ ਵਿੱਚ ਬੰਦ ਸੀ ਕਿ ਜਾ ਤੂੰ ਅਬਦ ਮਲਕ ਕੂਸ਼ੀ ਨੂੰ ਆਖ ਕਿ ਸੈਨਾ ਦਾ ਯਹੋਵਾ ਇਜ਼ਰਾਈਲ ਦਾ ਪਰਮੇਸ਼ਰ ਇਉਂ ਆਖਦਾ ਹੈ, ਵੇਖ ਮੇਰੀਆਂ ਗੱਲਾਂ ਇਸ ਸ਼ਹਿਰ ਦੇ ਵਿਖੇ ਬੁਰਾਈ ਲਈ ਹੋਣਗੀਆਂ ਪਰ ਭਲਾਈ ਲਈ ਨਹੀਂ, ਅਤੇ ਉਹ ਉਸ ਦਿਨ ਤੇਰੇ ਸਾਹਮਣੇ ਪੂਰੀਆਂ ਹੋਣਗੀਆਂ। ਉਸ ਦਿਨ ਮੈਂ ਤੈਨੂੰ ਛੱਡ ਦਿਆਂਗਾ, ਯਹੋਵਾ ਦਾ ਵਾਕ ਹੈ, ਅਤੇ ਤੂੰ ਉਹਨਾਂ ਮਨੁੱਖਾਂ ਦੇ ਹੱਥ ਵਿੱਚ ਨਾ ਦਿੱਤਾ ਜਾਵੇਗਾ ਜਿਨ੍ਹਾਂ ਦੇ ਅੱਗੋਂ ਤੂੰ ਭੈ ਖਾਂਦਾ ਹੈ। ਮੈਂ ਤੈਨੂੰ ਜ਼ਰੂਰ ਛੁਡਾਵਾਂਗਾ ਅਤੇ ਤੂੰ ਤਲਵਾਰ ਨਾਲ ਨਾ ਡਿੱਗੇਗਾ, ਸਗੋਂ ਤੇਰੀ ਜਾਨ ਤੇਰੇ ਲਈ ਲੁੱਟ ਦਾ ਮਾਲ ਹੋਵੇਗੀ, ਕਿਉਂ ਜੋ ਤੈਂ ਮੇਰੇ ਉੱਤੇ ਭਰੋਸਾ ਰੱਖਿਆ, ਯਹੋਵਾ ਦਾ ਵਾਕ ਹੈ। ਹਾਲੇਲੂਇਆ। ਸੋ ਦੇਖੋ ਇੱਥੋਂ ਸਾਨੂੰ ਇਸ ਵਚਨ ਦੇ ਵਿੱਚੋਂ ਇੱਕ ਗੱਲ ਜਿਹੜੀ ਬਹੁਤ ਖਾਸ ਆ ਉਹ ਸਮਝ ਦੇ ਵਿੱਚ ਆ ਰਹੀ ਹੈ। ਮੈਂ ਬਾਈਬਲ ਨੂੰ ਇੱਧਰ ਰੱਖਦੀ ਹਾਂ, ਸੌਰੀ ਜੀ। ਆਪਾਂ ਨੂੰ ਇੱਥੋਂ ਇੱਕ ਚੀਜ਼ ਸਮਝ ਆਉਂਦੀ ਹੈ ਕਿ ਪਰਮੇਸ਼ਵਰ ਆਪਣੇ ਨਬੀਆਂ ਦੇ ਨਾਲ, ਪਰਮੇਸ਼ਵਰ ਆਪਣੇ ਚੁਣਿਆ ਹੋਇਆਂ ਦੇ ਨਾਲ ਗੱਲਬਾਤ ਕਰਦੇ ਆ ਤੇ ਇੱਥੇ ਪਰਮੇਸ਼ਵਰ ਦਾ ਠਹਿਰਾਇਆ ਹੋਇਆ ਨਬੀ ਯਰਮੀਯਾ ਆ ਜਿਹਦੇ ਕੋਲ ਪਰਮੇਸ਼ਵਰ ਜੀ ਦਾ ਵਚਨ ਆਇਆ ਔਰ ਪਰਮੇਸ਼ਵਰ ਨੇ ਉਹਨੂੰ ਕਿਹਾ ਕਿ ਤੂੰ ਅਬਦ ਮਲਕ ਕੂਸ਼ੀ ਨੂੰ ਜਾ ਕੇ ਕਹਿ ਦੇ ਕਿ ਯਹੋਵਾ ਪਰਮੇਸ਼ਵਰ ਤੇਰੇ ਉੱਤੇ ਮਿਹਰਬਾਨ ਆ ਤੇ ਤੈਨੂੰ ਬਚਾਏਗਾ, ਕਿਉਂਕਿ ਤੂੰ ਪਰਮੇਸ਼ਵਰ ਦੇ ਉੱਤੇ ਭਰੋਸਾ ਕੀਤਾ ਹੈ, ਤੂੰ ਉਹਦੀਆਂ ਗੱਲਾਂ ਦੇ ਉੱਤੇ ਜਿਹੜੀਆਂ ਪਰਮੇਸ਼ਵਰ ਦੀਆਂ ਗੱਲਾਂ ਆ ਤੂੰ ਉਹਦੇ ਉੱਤੇ ਭਰੋਸਾ ਰੱਖਿਆ ਆ। ਇਸ ਲਈ ਇਸ ਜਗ੍ਹਾ ਵਿੱਚ ਜਿੱਥੇ ਤੂੰ ਰਹਿ ਰਿਹਾ ਹੈ, ਇਸ ਜਗ੍ਹਾ ਦੇ ਵਿਖੇ ਪਰਮੇਸ਼ਵਰ ਨੇ ਕਿਹਾ ਕਿ ਮੇਰੀ ਪਲੈਨਿੰਗ ਬੁਰਾਈ ਦੀ ਆ ਉਸ ਜਗ੍ਹਾ ਦੇ ਲਈ। ਉਸ ਜਗ੍ਹਾ ਦੇ ਉੱਤੇ ਪਰਮੇਸ਼ਵਰ ਦਾ ਕ੍ਰੋਧ ਆਉਣ ਵਾਲਾ ਆ, ਪਰ ਤੈਨੂੰ ਮੈਂ ਤਲਵਾਰ ਦੇ ਨਾਲ ਵੀ ਨਹੀਂ ਡੇਗਾਂਗਾ ਤੇ ਤੇਰੀ ਜਾਨ ਜਿਹੜੀ ਆ ਉਹ ਤੇਰੇ ਲਈ ਬਲੈਸਡ ਹੋਊਗੀ, ਲੁੱਟ ਦਾ ਮਾਲ ਹੋਊਗੀ, ਕਿਉਂ ਜੋ ਤੈਂ ਮੇਰੇ ਉੱਤੇ ਭਰੋਸਾ ਰੱਖਿਆ, ਯਹੋਵਾ ਦਾ ਵਾਕ ਹੈ। ਹਾਲੇਲੂਇਆ। ਕਹਿੰਦਾ ਮੈਂ ਤੈਨੂੰ ਉਹਨਾਂ ਮਨੁੱਖਾਂ ਦੇ ਹੱਥਾਂ ਵਿੱਚ ਵੀ ਨਹੀਂ ਦਊਂਗਾ ਜਿਨ੍ਹਾਂ ਦੇ ਅੱਗੋਂ ਤੂੰ ਭੈ ਖਾਂਦਾ ਆ, ਜਿਨ੍ਹਾਂ ਤੋਂ ਤੈਨੂੰ ਡਰ ਲੱਗਦਾ ਆ। ਉਹ ਤੈਨੂੰ ਫੜ ਨਹੀਂ ਸਕਣਗੇ, ਉਹ ਤੈਨੂੰ ਗੁਲਾਮ ਨਹੀਂ ਬਣਾ ਸਕਣਗੇ, ਉਹ ਤੈਨੂੰ ਕੈਦ 'ਚ ਨਾ ਪਾ ਸਕਣਗੇ, ਉਹ ਤੈਨੂੰ ਮਾਰ ਨਾ ਸਕਣਗੇ। ਕਹਿੰਦਾ ਮੈਂ ਤੈਨੂੰ ਉਹਨਾਂ ਦੇ ਹੱਥਾਂ ਵਿੱਚ ਵੀ ਨਹੀਂ ਦਊਂਗਾ, ਤੂੰ ਤਲਵਾਰ ਨਾਲ ਵੀ ਨਹੀਂ ਡਿੱਗੇਗਾ, ਤੂੰ ਵੱਢਿਆ ਟੁੱਕਿਆ ਵੀ ਨਹੀਂ ਜਾਏਗਾ। ਕਿਉਂ ਪਰਮੇਸ਼ਵਰ ਉਹਨੂੰ ਛੁਡਾ ਰਿਹਾ, ਕਿਉਂ ਛੁਟਕਾਰਾ ਦੇ ਰਿਹਾ? ਕਿਉਂਕਿ ਉਹਨੇ ਪਰਮੇਸ਼ਵਰ ਦੀਆਂ ਗੱਲਾਂ ਦੇ ਉੱਤੇ ਭਰੋਸਾ ਕੀਤਾ ਕਿ ਹਾਂ ਜੋ ਗੱਲਾਂ ਪਰਮੇਸ਼ਵਰ ਦਾ ਨਬੀ ਬੋਲਦਾ ਆ ਇਹ ਗੱਲਾਂ ਸੱਚਾਈ ਦੀਆਂ ਆ। ਇਹ ਵਚਨ ਅੱਜ ਸਾਡੇ ਲਈ ਕਿਉਂ ਆਇਆ? ਇਹਦਾ ਇੱਕ ਬਹੁਤ ਵੱਡਾ ਰੀਜ਼ਨ ਆ। ਤੁਸੀਂ ਇਹਦਾ ਚੈਪਟਰ ਜਿਹੜਾ ਆ 38 ਤੁਸੀਂ ਉਹ ਵੀ ਜ਼ਰੂਰ ਪੜ੍ਹਿਓ। ਭੋਰੇ ਤੋਂ ਛੁਡਾਇਆ ਜਾਣਾ ਯਰਮੀਯਾ ਨੂੰ ਜਦੋਂ ਭੋਰੇ ਦੇ ਵਿੱਚ ਪਾ ਦਿੱਤਾ ਸੀਗਾ, ਚਿੱਕੜ ਵਾਲੇ ਭੋਰੇ ਦੇ ਵਿੱਚ, ਤਾਂ ਪਰਮੇਸ਼ਵਰ ਨੇ ਕਿੱਦਾਂ ਯਰਮੀਯਾ ਨੂੰ ਉਸ ਭੋਰੇ ਦੇ ਵਿੱਚੋਂ ਬਾਹਰ ਕੱਢਿਆ। ਪਰਮੇਸ਼ਵਰ ਆਪਣੇ ਲੋਕਾਂ ਦੇ ਲਈ ਇੰਤਜ਼ਾਮ ਖੜੇ ਕਰਦੇ ਆ। ਪਰ ਇਹ ਜਿਹੜਾ ਪਾਰਟਿਕੂਲਰ ਜਿਹੜੀਆਂ ਵਰਸਿਸ ਆਪਾਂ ਦੇਖੀਆਂ ਆ ਇੱਥੇ ਆਪਾਂ ਨੂੰ ਸਮਝ ਆ ਰਹੀ ਆ ਕਿ ਜਦੋਂ ਅਸੀਂ ਪਰਮੇਸ਼ਵਰ ਜੀ ਉੱਤੇ ਭਰੋਸਾ ਰੱਖਦੇ ਹਾਂ ਤਾਂ ਪਰਮੇਸ਼ਵਰ ਸਾਨੂੰ ਬੁਰਾਈਆਂ ਦੇ ਵਿੱਚੋਂ ਕੱਢਣ ਦੇ ਲਈ ਸਾਮਰਥੀ ਆ। ਤੇ ਪਰਮੇਸ਼ਵਰ ਪਲਾਨ ਕਰਦੇ ਆ ਕਿ ਜਿਸ ਜਗ੍ਹਾ ਦੇ ਉੱਤੇ ਬੁਰਾਈ ਹੋ ਰਹੀ ਆ ਜਾਂ ਕੁਝ ਵੀ ਪਰਮੇਸ਼ਵਰ ਦਾ ਕ੍ਰੋਧ ਆ ਰਿਹਾ ਆ, ਜਿਹੜੇ ਪਰਮੇਸ਼ਵਰ ਦੇ ਚਾਹਣ ਵਾਲੇ ਲੋਕ ਆ ਉਸ ਜਗ੍ਹਾ ਦੇ ਵਿੱਚ ਉਹ ਸੁਰੱਖਿਅਤ ਰਹਿਣ ਜਾਂ ਉੱਥੋਂ ਕੱਢ ਲਏ ਜਾਣ। ਹਾਲੇਲੂਇਆ। ਪਰ ਮੇਨ ਇੱਥੇ ਗੱਲ ਜਿਹੜੀ ਆ ਉਹ ਇਹ ਆ ਕਿ ਸਿਰਫ ਉਹ ਲੋਕ ਜਾਂ ਸਿਰਫ ਉਹ ਬੰਦਾ
ਜਿਹੜਾ ਪਰਮੇਸ਼ਵਰ ਦੀਆਂ ਗੱਲਾਂ ਦੇ ਉੱਤੇ ਭਰੋਸਾ ਕਰਦਾ ਹੈ। ਜਿਹੜਾ ਭਰੋਸਾ ਨਹੀਂ ਕਰਦਾ ਉਹਦੇ ਲਈ ਤਾਂ ਕੁਝ ਵੀ ਨਹੀਂ ਹੈ। ਜਦੋਂ ਤੁਸੀਂ 38 ਚੈਪਟਰ ਦੇਖੋਗੇ ਉਹਦੇ ਵਿੱਚ ਜਿਹੜਾ ਰਾਜਾ ਸਿਦਕੀਆ ਆ ਉਹਨੂੰ ਵੀ ਯਰਮੀਆ ਨੇ ਸੁਨੇਹਾ ਦਿੱਤਾ ਸੀ ਵੀ ਜੇ ਤੂੰ ਉਹਨੇ ਇੱਕ ਰਾਜਾ ਦੱਸਿਆ ਸੀ ਕਿ ਉਹਦੇ ਬਾਬਲ ਸ਼ਹਿਰ ਦੇ ਸ਼ਾਇਦ ਸਰਦਾਰਾਂ ਦੇ ਕੋਲ ਤੂੰ ਚਲਿਆ ਜਾਏ ਤਾਂ ਤੇਰੀ ਜਾਨ ਜਿਹੜੀ ਆ ਬਚੀ ਰਹੂਗੀ ਤੇ ਤੇਰਾ ਜਿਹੜਾ ਇਹ ਜਗ੍ਹਾ ਹੈ ਜਿਹੜਾ ਤੇਰਾ ਨਗਰ ਆ ਸ਼ਹਿਰ ਆ ਇਹ ਵੀ ਜਿਹੜਾ ਆ ਇਹ ਬਚਿਆ ਰਹੂਗਾ, ਤੇਰੇ ਲੋਕ ਜਿਉਂਦੇ ਰਹਿਣਗੇ। ਪਰ ਜੇ ਤੂੰ ਨਾ ਜਾਵੇਂ ਤਾਂ ਫਿਰ ਤੂੰ ਉਹਨਾਂ ਦੇ ਰਾਹੀਂ ਫੜਿਆ ਜਾਵੇਂਗਾ, ਤੇਰੇ ਉੱਤੇ ਤਸ਼ੱਦਦ ਕੀਤਾ ਜਾਊਗਾ ਤੇ ਉਹ ਸਾੜ ਸਿੱਟਣਗੇ ਇਸ ਸ਼ਹਿਰ ਨੂੰ। ਤੇ ਐਗਜ਼ੈਕਟਲੀ ਜਿੱਦਾਂ ਜਿੱਦਾਂ ਯਰਮੀਆ ਨੇ ਕਿਹਾ ਉਦਾਂ ਹੀ ਹੋਇਆ। ਜਦੋਂ ਪਰਮੇਸ਼ਵਰ ਦੇ ਲੋਕਾਂ ਦੇ ਅਸੀਂ ਸ਼ਬਦਾਂ ਨੂੰ ਮੰਨਦੇ ਆ ਤਾਂ ਪਰਮੇਸ਼ਵਰ ਦੀ ਆਸ਼ੀਸ਼ ਆਉਂਦੀ ਆ। ਔਰ ਜਦੋਂ ਅਸੀਂ ਮਜ਼ਾਕ ਸਮਝ ਕੇ ਇਨਕਾਰ ਕਰ ਦਿੰਨੇ ਆ ਜਾਂ ਕਿਸੇ ਮਜਬੂਰੀ ਦੇ ਵੱਸ ਪੈ ਕੇ ਇਨਕਾਰ ਕਰ ਦਿੰਨੇ ਆ ਜਾਂ ਅਸੀਂ ਆਪਣੀ ਪਲੈਨਿੰਗ ਨੂੰ ਮੁੱਖ ਰੱਖ ਲੈਂਦੇ ਆ ਤਾਂ ਫਿਰ ਅਸੀਂ ਬਿਪਤਾ ਦੇ ਵਿੱਚ ਫਸ ਜਾਂਦੇ ਆ। ਮੇਰੇ ਭੈਣੋ ਭਰਾਵੋ, ਤੁਸੀਂ ਆਪਣੇ ਚਾਰ ਚੁਫੇਰੇ ਝਾਤੀ ਮਾਰ ਕੇ ਦੇਖੋ, ਆਪਣੇ ਸ਼ਹਿਰ ਦੇ ਵਿੱਚ, ਆਪਣੇ ਪਿੰਡ ਵਿੱਚ, ਆਪਣੇ ਵਾਤਾਵਰਣ ਦੇ ਵਿੱਚ, ਆਪਣੇ ਆਲੇ ਦੁਆਲੇ ਤੁਸੀਂ ਝਾਤੀ ਮਾਰ ਕੇ ਦੇਖੋ ਕਿ ਤੁਹਾਨੂੰ ਪਰਮੇਸ਼ਵਰ ਦਾ ਕ੍ਰੋਧ ਨਜ਼ਰ ਨਹੀਂ ਆ ਰਿਹਾ। ਔਰ ਤੁਸੀਂ ਇਸ ਗੱਲ ਨੂੰ ਵੀ ਯਾਦ ਕਰੋ ਕਿੰਨੀ ਵਾਰੀ ਪੁਲਪਟ ਤੋਂ, ਖੋਜੇਵਾਲ ਚਰਚ ਦੀ ਪੁਲਪਟ ਤੋਂ ਹੀ, ਸਟੇਜ ਤੋਂ, ਮੰਚ ਤੋਂ ਇਹ ਦੱਸਿਆ ਗਿਆ ਆ ਕਿ ਸਮਾਂ ਬਹੁਤ ਭਿਆਨਕ ਆ ਔਰ ਆਉਣ ਵਾਲਾ ਸਮਾਂ ਇਸ ਤੋਂ ਵੀ ਵੱਧ ਭਿਆਨਕ ਆ। ਤੇ ਆਪਣਾ ਜਿਹੜਾ ਰਿਸ਼ਤਾ ਹੈ ਉਹ ਪਰਮੇਸ਼ਵਰ ਦੇ ਨਾਲ ਜੋੜ ਲਵੋ ਅਗਰ ਤੁਸੀਂ ਬਚਣਾ ਚਾਹੁੰਦੇ ਆ, ਅਗਰ ਤੁਸੀਂ ਆਪਣੇ ਧੀਆਂ ਪੁੱਤਰਾਂ ਦੀ ਸਲਾਮਤੀ ਦੇਖਣਾ ਚਾਹੁੰਦੇ ਆ। ਬਹੁਤ ਸਾਰੇ ਭੈਣ ਭਰਾ ਆ ਜਿਹੜੇ ਇਹਨਾਂ ਵਰਡਸ ਨੂੰ ਫੋਲੋ ਕਰਦੇ ਆ, ਪਰ ਫਿਰ ਵੀ ਬਹੁਤ ਸਾਰੇ ਇਹੋ ਜਿਹੇ ਵੀ ਆ ਜਿਹੜੇ ਮਜ਼ਾਕ ਗਿਣਦੇ ਆ ਇਹਨਾਂ ਚੀਜ਼ਾਂ ਨੂੰ, ਜਿਨ੍ਹਾਂ ਨੂੰ ਇਹ ਗੱਲਾਂ ਤੁੱਛ ਲੱਗਦੀਆਂ ਕਿਉਂਕਿ ਹਾਲੇ ਵਾਇਰਸ ਦੀ ਜਿਹਨੂੰ ਥਰਡ ਵੇਵ ਕਿਹਾ ਜਾ ਰਿਹਾ ਆ ਉਹ ਸਟਾਰਟ ਵੀ ਨਹੀਂ ਹੋਈ ਸੀ। ਜਿਹੜੇ ਰੈਗੂਲਰ ਲਿਸਨਰਸ ਆ, ਵਿਊਅਰਸ ਆ, ਉਹ ਇਸ ਗੱਲ ਦੇ ਗਵਾਹ ਆ ਕਿ ਉਹਦੇ ਸਟਾਰਟ ਹੋਣ ਤੋਂ ਮਹੀਨੇ ਪਹਿਲਾਂ ਹੀ ਦੱਸ ਦਿੱਤਾ ਗਿਆ ਸੀਗਾ ਕਿ ਵਾਪਸ ਵਾਇਰਸ ਹਿੱਟ ਕਰੂਗਾ। ਔਰ 2 ਨਵੇਂ ਵੇਰੀਐਂਟਸ ਜਿਹੜੇ ਬਹੁਤ ਸਪਰੈਡ ਹੋਣ ਵਾਲੇ ਆ, 2 ਨਵੇਂ ਵਾਇਰਸਿਸ ਜਿਹੜੇ ਆ ਉਹ ਆਣ ਕੇ ਦੁਨੀਆ ਨੂੰ ਹਿੱਟ ਕਰਨਗੇ, ਫੈਲਣਗੇ, ਨਾਸ਼ ਫੈਲਾਉਣਗੇ। ਔਰ ਇਹ ਕਿਸੇ ਇਨਸਾਨ ਦੀ ਆਪਣੀ ਬੁੱਧ ਦੇ ਨਾਲ ਨਹੀਂ, ਪਰ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਪਰਮੇਸ਼ਵਰ ਦੇ ਲੋਕਾਂ ਨੂੰ ਵਾਰਨਿੰਗ ਸੀਗੀ। ਔਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਸੀ ਕਿ ਆਉਣ ਵਾਲਾ ਸਮਾਂ ਲੜਾਈਆਂ ਦਾ ਸਮਾਂ ਆ, ਆਉਣ ਵਾਲਾ ਜਿਹੜਾ ਸਮਾਂ ਆ ਉਹ ਜਿਹਨੂੰ ਆਪਾਂ ਗ੍ਰਹਿ ਯੁੱਧ ਕਹਿੰਦੇ ਆ, ਸਿਵਲ ਵਾਰ ਜਿਹੜੀ ਆ ਉਹਦਾ ਟਾਈਮ ਆ। ਹੁਣ ਵੀ ਜਿਨ੍ਹਾਂ ਨੇ ਨਹੀਂ ਸੁਣਿਆ ਉਹ ਅੱਜ ਨੋਟਿਸ ਕਰ ਲੈਣ ਕਿ ਆਉਣ ਵਾਲਾ ਜਿਹੜਾ ਟਾਈਮ ਆ ਉਹ ਸਿਵਲ ਵਾਰ ਦਾ ਟਾਈਮ ਆ। ਸਿਰਫ ਸਿਵਲ ਵਾਰ ਦਾ ਹੀ ਨਹੀਂ, ਬਹੁਤ ਸਾਰੇ ਦੇਸ਼ਾਂ ਦੇ ਕਨਫਲਿਕਟਸ ਜਿਹੜੇ ਆ ਉਹ ਇੱਕ ਦੂਜੇ ਦੇ ਗੁਆਂਢੀ ਦੇਸ਼ਾਂ ਦੇ ਨਾਲ ਹੋਊਗੇ। ਸਿਰਫ ਗੁਆਂਢੀ ਦੇਸ਼ਾਂ ਦੇ ਨਾਲ ਹੀ ਨਹੀਂ, ਸਗੋਂ ਕੁਝ ਦੇਸ਼ ਛੱਡ ਕੇ ਵੀ ਟੱਪਣਗੇ। ਤਾਂ ਆਉਣ ਵਾਲਾ ਸਮਾਂ ਕੰਫਰਟੇਬਲ ਜ਼ੋਨ ਨਹੀਂ ਆ, ਆਉਣ ਵਾਲਾ ਟਾਈਮ ਬੈੱਡ ਆਫ ਰੋਜ਼ਿਸ ਨਹੀਂ ਆ, ਫੁੱਲਾਂ ਦੀ ਸੇਜ ਸਮਾਂ ਨਹੀਂ ਆ ਤੇ ਬਹੁਤ ਹੀ ਤੁਸੀਂ ਸੁੱਖ ਨਾਲ ਜੀ ਸਕੋ ਇਦਾਂ ਦਾ ਸਮਾਂ ਵੀ ਨਹੀਂ ਆ। ਔਰ ਬਹੁਤ ਮਹੀਨੇ ਪਹਿਲਾਂ ਵੀ ਦੱਸਿਆ ਗਿਆ ਸੀ। ਅੱਜ ਵਨਸ ਅਗੇਨ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਆਉਣ ਵਾਲਾ ਸਮਾਂ ਮਹਿੰਗਾਈ ਦਾ ਆ ਤੇ ਜਿਹੜਾ 2023 ਸਾਲ ਆ ਉਹ ਜ਼ਬਰਦਸਤ ਮਹਿੰਗਾਈ ਦਾ ਸਾਲ ਆ। 2022 ਦੇ ਵਿੱਚ ਆਪਾਂ ਨੂੰ ਉਹਦਾ ਟ੍ਰੇਲਰ ਦੇਖਣ ਨੂੰ ਮਿਲੂਗਾ। ਤਾਂ ਇਹ ਚੀਜ਼ਾਂ ਸਗੋਂ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਔਰ ਆਪਾਂ ਨੂੰ ਇਹਨਾਂ ਸਮਿਆਂ ਦੇ ਵਿੱਚ ਅਗਰ ਅਸੀਂ ਚਾਹੁੰਦੇ ਹਾਂ ਅਸੀਂ ਰੱਜ ਕੇ ਖਾਈਏ, ਸੁੱਖ ਦੇ ਨਾਲ ਰਹੀਏ, ਬਚੇ ਰਹੀਏ, ਤਾਂ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਹਾਂ ਕਿ ਅੱਜ ਪਰਮੇਸ਼ਵਰ ਦਾ ਵਚਨ ਵੀ ਆਪਣੇ ਲਈ ਇਹੀ ਆ ਕਿ ਜਾਂ ਤਾਂ ਅਸੀਂ ਪਰਮੇਸ਼ਵਰ ਦੇ ਆਗਿਆਕਾਰੀ ਦੇ ਵਿੱਚ ਆ ਜਾਈਏ
परमेश्वर दीयां गल्लां दे उत्ते ईमान लियाइए कि हाँ ये परमेश्वर दा कलाम साडे नाल इदां गल करदा है, परमेश्वर दा आत्मा साडे नाल इदां गल करदा है, ते असीं उदां करिए जिद्दां परमेश्वर जी सानू करन दे लई कहंदे आ, ते असीं अपनी जान नू ते अपने परिवार दी जान नू बचा लईए, छुड़ा लईए। जां फिर जो असीं कर रहे हैं वो करन दे विच लगे रहीए, जो दुनिया च हुंदा होई जावे, तां फिर जो होऊगी वो देखिया जाऊगा। तो जो होऊगा वो तुसीं देख रहे हो, ਉਹਦਾ ट्रेलर तुहानू नज़र आ रहा है कि तुसीं चाहुंदे हो सारियां चीज़ां तुहाडे नाल होण, कि तुसीं चाहुंदे हो कि ये सारियां चीज़ां तुहाडे धीआं पुत्रां दे उत्ते आउण। प्लीज़ तुसीं एडा वड्डा रिस्क ना लिओ, ये परमेश्वर दा क्रोध आ, ਇਹਦੇ ਤੋਂ बचण दी लोड़ आ, क्योंकि आपां परमेश्वर दी किरपा नू अपने उत्ते लईए तां ਇਹ ਸਾਡੇ ਲਈ खुशी दी गल आ। परमेश्वर दे क्रोध नू असीं झल नहीं सकदे, याद रखियो। इसलिए आपां नू बहुत 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 ज़्यादा जरूरत आ कि आपां परमेश्वर दे वचन दे उत्ते यकीन करिए। परमेश्वर दे वचन विच भी तो लिखा ना, जिहड़े एंडले टाइम होऊगे वो तबाही दे टाइम होऊगे, लड़ाइयां झगड़ियां दे, काल दे, भुखमरियां दे, हड़ दे, अग्गां लगण दे, झूठियां नबियां दे, पिछलण वालियां दे, तां अग दे डिगण दे, हवा दे जहरीले हो जाण दे, पानियां दे जहरीले हो जाण दे। तां आपां उन्हां समयां दे विच प्रवेश कर चुके हैं, पर जिथे बुराई है परमेश्वर उत्थे भी साडे लई भलाई करन। इसलिए चखो ते वेखो यहोवा भला है। इसलिए सानू परमेश्वर नू चखना है, वेखना है, परमेश्वर दे विच असीं बने रहना है, परमेश्वर जी दे वचन की आग्याकारी करनी है, परमेश्वर दे वचन के अनुसार जीण की कोशिश करो। सो मेरे भैणों भरावो, हर दिन असी आफत वाल नूं वध रहे हैं। मैनूं पता नहीं तुसी भरोसा करते हैं कि नहीं करते, पर हर दिन असी आफत वाल नूं वध रहे हैं। तुसी अपने बच्चों का ख्याल रखो, अपना ख्याल रखो, अपने घरां दे विचों तुसी अपने परमेश्वर दे नाल अपना रिश्ता मजबूत करो। बहाने लाने छड्ड दिओ कि असीं काम ते जांदे, साडे कोल टाइम नहीं है, असीं खेतीबाड़ी करदे, साडे कोल टाइम नहीं, असीं माल डंगर रखिया, साडे कोल टाइम नहीं है, असीं ट्रक चलाउंदे, साडे कोल टाइम नहीं है। जे तां तुसीं टाइम दे विच रहना चाहुंदे आ, जे तुसीं टाइम देखना चाहुंदे आ, ਤਾਂ फिर ਤਾਂ ਤੁਹਾਨੂੰ परमेश्वर ਦੇ ਲਈ टाइम ਜਿਹੜਾ ਆ ਉਹ ਰੱਖਣਾ ਪਊਗਾ, ਸੇਵ ਕਰਨਾ ਪਊਗਾ परमेश्वर ਦੇ ਦਿੱਤੇ ਹੋਏ टाइम ਚੋਂ। ਪਰ ਜੇ ਤੁਸੀਂ ਇਦਾਂ ਹੀ ਕਹਿੰਦੇ ਆ ਮੇਰੇ ਕੋਲ टाइम नहीं है, मेरे कोल टाइम नहीं है, मेरे कोल टाइम नहीं है, ਤੇ टाइम ਕਿਹੜੇ ਵੇਲੇ ਤੁਹਾਡੇ ਹੱਥ ਚੋਂ ਨਿਕਲ ਜਾਏ ਤੁਹਾਨੂੰ ਪਤਾ ਨਹੀਂ ਲੱਗਣਾ, ਤੇ ਫਿਰ ਇਹੀ टाइम ਵਾਪਸ ਨਹੀਂ ਆਉਣਾ, ਸੰਭਾਲਿਆ ਨਹੀਂ ਜਾਣਾ। ਇਸ ਲਈ ਇਸ टाइम ਨੂੰ ਆਪਣੇ ਲਈ ਲਾਹੇਵੰਦ ਬਣਾ ਲਓ। बेशक अपनी नींद का त्याग करो, बेशक अपनी जॉब दे विचों अगर तुसी 10 घंटे काम करदे ते 8 घंटे करना शुरू कर दो। तुसी किद्दां टाइम अपने लिए मैनेज करदे आ ये तुहाडे उत्ते निर्भर करदा है, पर जिंदा रहण दे लई तुहानूं करना पऊगा। जिंदा रहण दे लई, बचे रहण दे लई, अपने परिवार नूं जिउंदिया रखण दे लई, अपने परिवार नूं खांदा पींदा रखण दे लई, अपने परिवार दे उत्ते आशीष लैण दे लई तुहानूं परमेश्वर की हजूरी च आउणा ही पऊगा। नहीं आओगे मैनू कोई घाटा नहीं, मेरा फलदाता मेरा यहोवा परमेश्वर है। मैं किसी मनुख वाल नहीं पर मनुखा नूं बनाउण वाले परमेश्वर वाल तकदी हां, ते मेरा परमेश्वर मेरे उत्ते रीझवान है। मैं उहदे भै विच रहांगी ते उहदीआं चंगियाईआं ते भलाईआं नूं देखांगी, ते यही मैं तुहानूं पैगाम दिंदी हां कि परमेश्वर दे हत्थां हेठ आओ, परमेश्वर दीआं भलाईआं नूं अपने जीवन दे विच लै लो। हालेलुया। सो कम ऑन, आओ प्रार्थना करिए ते अज दे दिन दी शुरुआत प्रार्थना दे राहीं होए। Thank you, Father. Thank you, Father. Thank you, Father. Heavenly Father, we praise you. We praise you. We praise you. सर्व शक्तिमान पिता परमेश्वर जी, असी तुहाडा धन्नवाद करदे मेरे खुदावन खुदा। असी तुहाडी महिमा ते वडियाई करदे मेरे प्रभु जी। अज तक तुसी सानू संभाल के रखिया मेरे पिता जी, सानू जीउंदियां रखिया मेरे प्रभु,
ਸਾਨੂੰ ਖਾਣ ਪੀਣ ਦੇ ਲਈ ਦਿੱਤਾ, ਪਹਿਨਣ ਦੇ ਲਈ ਦਿੱਤਾ, ਰਹਿਣ ਦੇ ਲਈ ਦਿੱਤਾ। ਮੇਰੇ ਪ੍ਰਭੂ ਮੈਂ ਧੰਨਵਾਦ ਕਰਦੀ ਹਾਂ, ਸ਼ੁਕਰਗੁਜ਼ਾਰੀ ਦੀ ਭੇਟਾ ਚੜਾਉਣੀ ਹਾਂ। ਮੇਰੇ ਪਿਆਰੇ ਪ੍ਰਭੂ ਜੀ, ਵਚਨ ਦੇ ਵਿੱਚ ਲਿਖਿਆ ਕਿ ਉਹ ਆਪਣਾ ਵਚਨ ਭੇਜ ਕੇ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਆ। ਤੇ ਮੈਂ ਈਮਾਨ ਕਰਦੀ ਹਾਂ ਕਿ ਅੱਜ ਦਾ ਵਚਨ ਮੇਰੇ ਪ੍ਰਭੂ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਣ ਦੇ ਲਈ ਆ। ਇਸ ਲਈ ਆ ਕਿ ਸਾਡਾ ਰਿਸ਼ਤਾ ਸਾਡੇ ਪਰਮੇਸ਼ਵਰ ਦੇ ਨਾਲ ਸੁਧਰ ਜਾਏ, ਟੁੱਟਿਆ ਹੋਇਆ ਗੰਢਿਆ ਜਾਏ ਤੇ ਦੂਰ ਕੀਤੇ ਹੋਏ ਨੇੜੇ ਆ ਜਾਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ, ਤੇ ਉਹ ਬਚਾਏ ਜਾਣ, ਛੁਡਾਏ ਜਾਣ ਤੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਵੱਡੀ ਰਹਿਮਤ ਨੂੰ ਲੈ ਲੈਣ। ਪ੍ਰਭੂ ਜੀ ਮੈਂ ਦੁਆ ਮੰਗਦੀ ਹਾਂ, ਅੱਜ ਜਿੰਨੇ ਵੀ ਭੈਣ ਭਰਾ ਈਮਾਨ ਲੈ ਕੇ ਆਉਣ ਮੇਰੇ ਪ੍ਰਭੂ ਅੱਜ ਦੇ ਵਚਨ ਦੇ ਉੱਤੇ, ਪ੍ਰਭੂ ਜਿੰਨੇ ਵੀ ਤੁਹਾਡੇ ਨੇੜੇ ਆਉਣ ਨੂੰ ਤੁਰਨ, ਪ੍ਰਭੂ ਜੀ ਤੁਹਾਡੀ ਰਹਿਮਤ, ਤੁਹਾਡੀ ਕਿਰਪਾ, ਤੁਹਾਡੀ ਦਇਆ ਉਹਨਾਂ ਦੇ ਉੱਤੇ ਹੋ ਜਾਏ ਮੇਰੇ ਪ੍ਰਭੂ। ਉਹ ਬਚਾਏ ਜਾਣ, ਉਹਨਾਂ ਦੇ ਧੀਆਂ ਪੁੱਤਰ, ਉਹਨਾਂ ਦੇ ਪਰਿਵਾਰ ਬਚਾਏ ਜਾਣ ਮੇਰੇ ਪ੍ਰਭੂ ਜੀ। ਮੇਰੇ ਖੁਦਾਵੰਦ ਖੁਦਾ ਜੀ, ਅਸੀਂ ਧੰਨਵਾਦ ਕਰਦੇ, ਸਮਾਂ ਰਹਿੰਦਿਆਂ ਹੀ ਤੁਸੀਂ ਵਾਰਨਿੰਗਸ ਦਿੰਦੇ ਆ ਸਾਨੂੰ ਕਿ ਅਸੀਂ ਬਚ ਸਕੀਏ। ਸਮਾਂ ਰਹਿੰਦਿਆਂ ਹੀ ਮੇਰੇ ਪ੍ਰਭੂ ਜੀ ਤੁਸੀਂ ਆਪਣਾ ਵਚਨ ਸਾਡੇ ਲਈ ਭੇਜਦੇ ਆ ਕਿ ਅਸੀਂ ਸਮਝ ਸਕੀਏ। ਪ੍ਰਭੂ ਅਸੀਂ ਪ੍ਰਾਰਥਨਾ ਕਰਦੇ, ਹਰ ਉਹ ਹਨੇਰੇ ਦੀ ਸ਼ਕਤੀ ਜਿਹੜੀ ਸਾਨੂੰ ਵਚਨ ਸਮਝਣ ਤੋਂ ਰੋਕਦੀ ਆ, ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਸਾਡੇ ਜੀਵਨ 'ਚੋਂ ਨਿਕਲ ਜਾਏ। ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ, ਹਰ ਉਹ ਹਨੇਰੇ ਦੀ ਸ਼ਕਤੀ ਜਿਹੜੀ ਸਾਡੀ ਬੁੱਧ ਨੂੰ ਚਾਨਣ ਵੱਲ ਵਧਣ ਤੋਂ ਰੋਕਦੀ ਆ, ਸਾਡੇ ਜੀਵਨ 'ਚੋਂ ਨਿਕਲ ਜਾਏ ਪ੍ਰਭੂ ਯਿਸੂ ਜੀ ਦੇ ਨਾਮ 'ਚ। ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ, ਚੱਲ ਰਹੇ ਸਮੇਂ ਦੀਆਂ ਤੇ ਆਉਣ ਵਾਲੇ ਸਮੇਂ ਦੀਆਂ ਤਬਾਹੀਆਂ ਵਿੱਚ ਮੇਰੇ ਪ੍ਰਭੂ ਸਾਨੂੰ ਤੇ ਸਾਡੇ ਧੀਆਂ ਪੁੱਤਰਾਂ ਨੂੰ ਬਚਾ ਕੇ ਰੱਖੋ, ਸੰਭਾਲ ਕੇ ਰੱਖੋ ਪ੍ਰਭੂ। ਆਪਣੇ ਖੰਭਾਂ ਹੇਠ ਰੱਖਣਾ ਮੇਰੇ ਪਿਤਾ ਪਰਮੇਸ਼ਵਰ ਜੀ। ਆਪਣੇ ਲੋਕਾਂ ਨੂੰ ਬਚਾਓ ਮੇਰੇ ਪਿਤਾ ਪਰਮੇਸ਼ਵਰ। ਪ੍ਰਭੂ ਜੀ ਅਸੀਂ ਦੁਆ ਮੰਗਦੇ ਹਾਂ ਮੇਰੇ ਪਿਤਾ ਪਰਮੇਸ਼ਵਰ, ਜਿੱਦਾਂ ਮੇਰੇ ਪ੍ਰਭੂ ਜੀ ਤੁਸੀਂ ਅਬੂ ਮਲਕ ਖੁਸ਼ੀ ਦੇ ਲਈ ਮੇਰੇ ਪ੍ਰਭੂ ਸੁਨੇਹਾ ਭੇਜਿਆ, ਪ੍ਰਭੂ ਇਦਾਂ ਹੀ ਤੁਹਾਡਾ ਵਚਨ ਅੱਜ ਸਾਡੇ ਲਈ ਆ ਕਿ ਅਸੀਂ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖਦੇ ਹਾਂ ਤੇ ਅਸੀਂ ਤਲਵਾਰ ਦੇ ਨਾਲ ਨਹੀਂ ਡੇਗੇ ਜਾਵਾਂਗੇ ਤੇ ਸਾਡੇ ਵੈਰੀ ਦੇ ਹੱਥ ਵਿੱਚ ਨਹੀਂ ਦਿੱਤੇ ਜਾਵਾਂਗੇ। ਐ ਮੇਰੇ ਖੁਦਾਵੰਦ ਖੁਦਾ, ਹੈ ਮੇਰੇ ਪਿਤਾ, ਮੇਰੇ ਰੂਹ ਜਿਸਮ ਜਾਨ ਦੇ ਪਰਮੇਸ਼ਵਰ, ਮੇਰੇ ਲਹੂ ਮਾਸ ਹੱਡੀਆਂ ਦੇ ਰਾਖੇ ਤੇ ਮੇਰੇ ਸੋਚਾਂ ਵਿਚਾਰਾਂ ਤੇ ਖਿਆਲਾਂ ਨੂੰ ਆਪਣੇ ਕਾਬੂ ਵਿੱਚ ਰੱਖਣ ਵਾਲੇ ਪਰਮੇਸ਼ਵਰ, ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਅਸੀਂ ਕਦੇ ਵੀ ਆਪਣੇ ਅਖੀਰਲੇ ਸਾਹਾਂ ਤੀਕਰ ਸਾਡੇ ਵੈਰੀ ਦੇ ਹਵਾਲੇ ਨਾ ਕੀਤੇ ਜਾਈਏ, ਪਰ ਪ੍ਰਭੂ ਅਸੀਂ ਤੁਹਾਡੇ ਵਿੱਚ ਬਣੇ ਰਹੀਏ ਤੇ ਬਚੇ ਰਹੀਏ ਮੇਰੇ ਪ੍ਰਭੂ ਜੀ। ਅਸੀਂ ਤਲਵਾਰ ਨਾਲ ਡੇਗੇ ਨਾ ਜਾਈਏ, ਪਰ ਪ੍ਰਭੂ ਅਸੀਂ ਤੁਹਾਡੇ ਅੱਗੇ ਝੁਕ ਜਾਈਏ ਤੇ ਜੀਵਨ ਨੂੰ ਲੈ ਲਈਏ ਮੇਰੇ ਪਿਤਾ ਪਰਮੇਸ਼ਵਰ ਜੀ। ਪ੍ਰਭੂ ਤੁਹਾਡਾ ਤਰਸ ਸਾਡੇ ਉੱਤੇ ਆਏ, ਤੁਹਾਡੀ ਕਿਰਪਾ ਸਾਡੇ ਉੱਤੇ ਆਵੇ ਮੇਰੇ ਪ੍ਰਭੂ ਜੀ। ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ, ਬਿਮਾਰੀਆਂ ਕਮਜ਼ੋਰੀਆਂ ਤੋਂ ਬਚਾ ਕੇ ਰੱਖਣਾ ਮੇਰੇ ਪ੍ਰਭੂ, ਹਰੇਕ ਆਫਤ ਤੋਂ ਬਚਾ ਕੇ ਰੱਖਣਾ ਮੇਰੇ ਪ੍ਰਭੂ, ਹਰ ਤਬਾਹੀ ਤੋਂ ਬਚਾਉਣਾ, ਨਾਸ਼ ਕਰਨ ਵਾਲੀ ਘਿਨੌਣੀ ਚੀਜ਼ ਤੋਂ ਸਾਡੇ ਡੇਰਿਆਂ ਦੀ ਰਾਖੀ ਕਰਨੀ, ਸਾਡੀ ਰਾਖੀ ਕਰਨੀ, ਸਾਡੇ ਪਰਿਵਾਰਾਂ ਦੀ ਰਾਖੀ ਕਰਨੀ ਮੇਰੇ ਖੁਦਾਵੰਦ ਖੁਦਾ। ਮੇਰੇ ਪ੍ਰਭੂ ਜੀ ਤੁਸੀਂ ਤਾਂ ਆਪਣੇ ਸੇਵਕਾਂ ਦੀ ਜਾਨ ਦਾ ਮੁੱਲ ਦੇ ਦਿੰਦੇ ਆ ਮੇਰੇ ਪ੍ਰਭੂ, ਤੇ ਮੇਰੇ ਪ੍ਰਭੂ ਤੁਸੀਂ ਮੁਹੱਈਆ ਕਰਨ ਵਾਲੇ ਪਰਮੇਸ਼ਵਰ। ਪ੍ਰਭੂ ਅਸੀਂ ਤੁਹਾਡੀ ਪਨਾਹ ਲੈਂਦੇ ਆ ਤੇ ਸੁਰੱਖਿਅਤ ਰਹਿੰਦੇ ਆ ਮੇਰੇ ਪਿਤਾ ਪਰਮੇਸ਼ਵਰ ਜੀ। ਦਇਆ ਕਰੋ ਮੇਰੇ ਪ੍ਰਭੂ, ਹਰ ਵਾਇਰਸ, ਇਨਫੈਕਸ਼ਨ, ਬਿਮਾਰੀ, ਦੁਸ਼ਟ ਦੀ ਸਾਰੀ ਸ਼ਕਤੀ ਤੋਂ ਮੇਰੇ ਪ੍ਰਭੂ ਸਾਨੂੰ ਸੁਰੱਖਿਆ ਬਖਸ਼ੋ। ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੀ ਸੁਰੱਖਿਆ, ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੀ ਸੁਰੱਖਿਆ ਸਾਡੇ ਉੱਤੇ ਆਏ, ਸਾਡੇ ਮਾਤਾ ਪਿਤਾ ਉੱਤੇ ਆਏ, ਸਾਡੇ ਧੀਆਂ ਪੁੱਤਰਾਂ ਉੱਤੇ ਆਏ, ਸਾਡੇ ਗਵਾਂਢੀਆਂ ਦੇ ਉੱਤੇ ਆਏ ਪ੍ਰਭੂ ਯਿਸੂ ਜੀ ਦੇ ਨਾਮ 'ਚ। ਹਰ ਉਜਾੜਨ ਵਾਲੀ ਚੀਜ਼, ਨਾਸ਼ ਕਰਨ ਵਾਲੀ ਚੀਜ਼, ਡਰਾਉਣ ਵਾਲੀ ਚੀਜ਼, ਭਰਮਾਉਣ ਵਾਲੀ ਚੀਜ਼, ਹਨੇਰੇ ਦੀ ਹਰ ਸ਼ਕਤੀ ਤੇ ਬੁਰਾਈ ਵਾਲੀ ਹਰ ਚੀਜ਼ ਸਾਡੇ ਡੇਰੇ ਤੋਂ ਕੋਹਾਂ ਦੂਰ ਨਿਕਲ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਉਹ ਸਾਡੇ ਡੇਰੇ ਦੇ ਨੇੜੇ ਨਾ ਆ ਸਕੇ, ਕੋਈ ਗਰੀਬੀ ਸਾਡੇ ਡੇਰੇ ਦੇ ਨੇੜੇ ਨਾ ਆ ਸਕੇ, ਕੋਈ ਬਵਾ ਸਾਡੇ ਡੇਰੇ ਦੇ ਨੇੜੇ ਨਾ ਆ ਸਕੇ, ਕੋਈ ਤਪਾਲੀ ਸਾਡੇ ਡੇਰੇ ਦੇ ਨੇੜੇ ਨਾ ਆ ਸਕੇ। ਯਹੋਵਾ ਪਰਮੇਸ਼ਵਰ ਜੀ ਦੇ ਦੂਤ ਪਰਮੇਸ਼ਵਰ ਦੇ ਲੋਕਾਂ ਦੀ ਰਖਵਾਲੀ ਕਰਨ, ਨਿਗਹਿਬਾਨ ਹੋਣ, ਸੰਭਾਲ ਕੇ ਰੱਖਣ। ਪ੍ਰਭੂ ਤੁਹਾਡਾ ਹੱਥ ਹਮੇਸ਼ਾ ਸਾਡੇ ਉੱਤੇ ਬਣਿਆ ਰਵੇ। ਪ੍ਰਭੂ ਸਾਡੇ ਅੰਗ ਸੰਗ ਹੋਵੋ ਔਰ ਆਪਣੇ ਵਚਨਾਂ ਦੇ ਰਾਹੀਂ ਮੇਰੇ ਪ੍ਰਭੂ ਜੀ ਸਾਨੂੰ ਆਉਣ ਵਾਲੀਆਂ ਬੁਰੀਆਂ ਚੀਜ਼ਾਂ ਤੋਂ ਬਚਾ ਕੇ ਰੱਖਣਾ। ਪ੍ਰਭੂ ਵਾਰਨਿੰਗਸ ਦਿੰਦੇ ਰਹਿਣਾ ਮੇਰੇ ਪਿਤਾ ਪਰਮੇਸ਼ਵਰ ਜੀ, ਔਰ ਆਪਣੇ ਖੰਭਾਂ ਦੀ ਛਾਂ ਹੇਠ ਸੰਭਾਲਣਾ। ਆਓ ਪ੍ਰਭੂ ਸਾਡੇ ਅੰਗ ਸੰਗ ਹੋਵੋ, ਸਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨਾ, ਸਾਡਾ ਆਤਮਿਕ ਸੁਧਾਰ ਕਰਨਾ ਮੇਰੇ ਪ੍ਰਭੂ, ਨਰਮਾਈ ਨਾਲ ਸਾਡਾ ਸੁਧਾਰ ਕਰਨਾ ਮੇਰੇ ਪਿਤਾ ਪਰਮੇਸ਼ਵਰ। ਔਰ ਤੁਹਾਡਾ ਕਿਰਪਾ ਵਾਲਾ ਹੱਥ ਸਾਡੇ ਜੀਵਨ ਵਿੱਚ ਬਣਿਆ ਰਹੇ।
ਸਾਡੀ ਬੇਨਤੀ ਨੂੰ ਸੁਣੋ। ਇਹ ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਜੀ ਦੇ ਨਾਮ 'ਚ ਪਿਤਾ ਪਰਮੇਸ਼ਵਰ ਜੀ ਦੇ ਕੋਲੋਂ ਸਭ ਮਿਲ ਕੇ ਮੰਗਦੇ ਹਾਂ। ਆਮੀਨ, ਆਮੀਨ, ਆਮੀਨ। God bless you. Thank you. ਸੋ ਜ਼ਰੂਰ ਕਰਿਓ ਕਿ ਟੁੱਟੀ ਹੋਈ ਗੰਢੀ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਪਰਮੇਸ਼ਵਰ ਜੀ ਦੇ ਨਾਲ ਰਿਸ਼ਤਾ ਮਜ਼ਬੂਤ ਹੋ ਜਾਏ। ਪਰਮੇਸ਼ਵਰ ਜੀ ਦੀ ਦਇਆ, ਪਰਮੇਸ਼ਵਰ ਦਾ ਅਨੁਗ੍ਰਹਿ ਬਣਿਆ ਰਹੇ। ਪਰਮੇਸ਼ਵਰ ਦੀ ਰਹਿਮ ਦੀ ਵਰਖਾ ਪਰਮੇਸ਼ਵਰ ਦੇ ਚਾਹਣ ਵਾਲਿਆਂ ਦੇ ਉੱਤੇ ਹੋਏ। ਤੁਸੀਂ ਬਲੈਸਡ ਆ, ਤੁਹਾਡੇ ਧੀਆਂ ਪੁੱਤਰ ਬਲੈਸਡ ਆ। ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। ਤੁਹਾਡੇ ਬੰਧਨ ਟੁੱਟ ਰਹੇ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। ਤੁਹਾਡੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਬਾਂਝਪਨ ਦਾ ਸਰਾਪ ਤੁਹਾਡੇ ਉੱਤੋਂ ਜਾ ਰਿਹਾ ਹੈ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। ਤੁਸੀਂ ਧੀਆਂ ਪੁੱਤਰਾਂ ਵਾਲੇ ਹੋ ਰਹੇ ਹੋ। ਤੁਸੀਂ ਪਾਕ ਰੂਹ ਦੇ ਵਰਦਾਨ ਨੂੰ ਲੈ ਰਹੇ ਹੋ। ਤੁਸੀਂ ਆਤਮਿਕ ਫਲਾਂ ਦੇ ਨਾਲ ਭਰ ਰਹੇ ਹੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। ਤੁਹਾਡੀ ਪ੍ਰਾਰਥਨਾ ਦਾ ਸਮਾਂ ਇਨਕਰੀਜ਼ ਹੋ ਰਿਹਾ, ਵੱਧ ਰਿਹਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਤੁਹਾਡੇ ਉੱਤੇ ਆਉਣ ਵਾਲੀਆਂ ਆਫਤਾਂ ਦੂਰ ਜਾ ਰਹੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। ਤੁਹਾਡੇ ਏਰੀਏ ਦੇ ਉੱਤੇ ਬਲੈਸਿੰਗ ਆ ਰਹੀ, ਤੁਹਾਡੇ ਖੇਤਾਂ ਦੇ ਉੱਤੇ ਬਲੈਸਿੰਗ ਆ ਰਹੀ ਹੈ, ਤੁਹਾਡੀ ਬਿਜ਼ਨਸ ਦੇ ਉੱਤੇ ਬਲੈਸਿੰਗ ਆ ਰਹੀ, ਤੁਹਾਡੀ ਜੌਬ ਦੇ ਉੱਤੇ ਬਲੈਸਿੰਗ ਆ ਰਹੀ ਹੈ, ਕਿਉਂਕਿ ਤੁਸੀਂ ਬਲੈਸਡ ਆ। ਅਸੀਂ ਪਰਮੇਸ਼ਵਰ ਦੇ ਧੀਆਂ ਪੁੱਤਰ ਆ। ਅਸੀਂ ਪਰਮੇਸ਼ਵਰ ਦੇ ਚੁਣੇ ਹੋਏ ਲੋਕ ਆ। ਅਸੀਂ ਸ਼ਾਹੀ ਘਰਾਣੇ ਦੇ ਵਾਰਿਸ ਆ। ਸੋ ਪਰਮੇਸ਼ਵਰ ਦੀ ਵਰਖਾ ਜਿਹੜੀ ਰੂਹ ਦੀ ਆ ਉਹ ਸਾਡੇ ਦਿਲਾਂ ਦੇ ਉੱਤੇ ਹੋਏ ਤੇ ਦਿਲਾਂ ਦੀ ਖੁਸ਼ਕ ਜ਼ਮੀਨ ਸਿੰਜੀ ਜਾਏ ਤੇ ਪਰਮੇਸ਼ਵਰ ਦਾ ਇੱਕ ਇੱਕ ਵਚਨ ਇਸ ਜ਼ਮੀਨ ਦੇ ਅੰਦਰ ਜੜ ਫੜੇ ਤੇ ਫਲਦਾਰ ਫਸਲ ਲੈ ਕੇ ਆਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। ਪਰਮੇਸ਼ਵਰ ਦੀ ਕਿਰਪਾ ਹਮੇਸ਼ਾ ਹਮੇਸ਼ਾ ਤੀਕਰ ਪਰਮੇਸ਼ਵਰ ਜੀ ਦੇ ਚਾਹਣ ਵਾਲਿਆਂ ਦੇ ਨਾਲ ਹੁੰਦੀ ਰਹੇ। ਜੈਮਸੀ ਦੀ ਬਲੈਸ ਯੂ। ਹੈਵ ਅ ਵੰਡਰਫੁਲ ਡੇ।